ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡੀ ਆਪਣੀ ਗੁਰਬੀਰ ਕੌਰ ਵਿਜ਼ਨ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੀ ਹਾਂ। ਅੱਜ ਅਸੀਂ ਸਾਊਥ ਸਿੱਖ ਸੈਂਟਰ ਗੁਰਦੁਆਰਾ ਸਾਹਿਬ ਵਿੱਚ ਪਹੁੰਚੇ ਹਾਂ, ਜਿੱਥੇ ਕਿ ਦਾ ਕੌਂਸੂਲੇਟ ਜਨਰਲ ਆਫ ਇੰਡੀਆ ਟੋਰਾਂਟੋ ਵੱਲੋਂ ਕੈਂਪ ਆਰਗੇਨਾਈਜ਼ ਕੀਤਾ ਗਿਆ, ਜਿਹਦੇ ਵਿੱਚ ਉਹ ਫ੍ਰੀ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਨੇ। ਅਤੇ ਇਹ ਕੈਂਪ ਯੈਸਟਰਡੇ ਇਹ ਕੈਂਪ ਹਿੰਦੂ ਟੈਂਪਲ ਵਿੱਚ ਲਗਾਇਆ ਗਿਆ ਸੀ, ਅਤੇ ਅੱਜ ਇਹ ਸਾਊਥ ਸਿੱਖ ਗੁਰਦੁਆਰਾ ਸਾਹਿਬ ਵਿੱਚ ਆਰਗੇਨਾਈਜ਼ ਕੀਤਾ ਗਿਆ, ਜਿਸ ਵਿੱਚ ਇਹ ਫ੍ਰੀ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਨੇ। ਜਿਸ ਤਰ੍ਹਾਂ ਲਾਈਫ ਸਰਟੀਫਿਕੇਟ ਦੀ ਕੱਲ੍ਹ ਸਰਵਿਸ ਇਹਨਾਂ ਨੇ ਪ੍ਰੋਵਾਈਡ ਕੀਤੀ ਉੱਥੇ, ਅਤੇ ਅੱਜ ਹੋਰ ਵੀ ਸਰਵਿਸਿਜ਼ ਦੇ ਰਹੇ ਨੇ। OCI ਨੂੰ ਲੈ ਕੇ ਪਾਸਪੋਰਟ ਅਤੇ ਹੋਰ ਬਹੁਤ ਸਾਰੀਆਂ ਐਪਲੀਕੇਸ਼ਨ ਐਕਸੈਪਟ ਕਰ ਰਹੇ ਨੇ। ਤੁਸੀਂ ਕੋਈ ਵੀ ਕੁਐਰੀ ਹੋਵੇ, ਤੁਸੀਂ ਇੱਥੇ ਆ ਕੇ ਉਹਨਾਂ ਤੋਂ ਕੋਈ ਵੀ ਕੁਐਸਚਨ ਪੁੱਛ ਸਕਦੇ ਹੋ। ਅਤੇ ਇਹ ਕੈਂਪ 10 ਵਜੇ ਤੋਂ ਲੈ ਕੇ 2 ਵਜੇ ਤੱਕ ਇੱਥੇ ਰਹੇਗਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬੀਬਾ। ਤੁਸੀਂ ਦੱਸ ਸਕਦੇ ਹੋ ਕਿ ਇੱਥੇ ਕੀ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ? ਅੱਜ ਜੀ ਇੱਥੇ ਵਿਨੀਪੈਗ ਸਿੱਖ ਸੈਂਟਰ ਜਿਹੜਾ ਗੁਰਦੁਆਰਾ ਸਾਹਿਬ ਹੈ, ਉਹਨਾਂ ਦੇ ਉਪਰਾਲੇ ਨਾਲ ਅਸੀਂ ਇੱਥੇ ਪੈਨਸ਼ਨ ਕੈਂਪ ਲਾਇਆ। ਜਿਹੜਾ ਇਹਨਾਂ ਦਾ ਪੈਨਸ਼ਨਰ ਹੈਗੇ, ਉਹਨਾਂ ਨੂੰ ਲਾਈਫ ਸਰਟੀਫਿਕੇਟ ਚਾਹੀਦੇ ਹੁੰਦੇ ਆ, ਜਿਹੜੇ ਬਹੁਤ ਮੁਸ਼ਕਿਲ ਆਉਂਦੀ ਹੈ। ਜੇ ਮਤਲਬ ਕਿਤੇ ਪਹਿਲਾਂ ਹੋਰ ਕਿਸੇ ਤਰੀਕੇ ਨਾਲ ਕਰਵਾਉਂਦੇ, ਕਿਸੇ ਲਾਇਰ ਦੇ ਕੋਲੇ ਜਾਂਦੇ ਆ, ਉਹਦੇ ਖਰਚ ਬੜਾ ਆਉਂਦਾ ਜ਼ਿਆਦਾ। ਇਹ ਇਹਨਾਂ ਨੇ ਫੈਸਿਲਿਟੀ ਵਾਸਤੇ ਇਹਨਾਂ ਨੇ ਕਰਵਾਇਆ। ਇਹਨਾਂ ਨੇ ਮਤਲਬ ਕਾਫੀ ਮਿਹਨਤ ਕੀਤੀ ਹੈ। ਇਹਦੇ ਵਿੱਚ ਲਾਈਫ ਸਰਟੀਫਿਕੇਟਸ, OCI ਦਾ ਕੋਈ ਵੀ ਕੰਮ ਹੈ, ਕਿਸੇ ਨੇ ਪਾਸਪੋਰਟ ਰਿਨਿਊ ਕਰਾਉਣਾ, ਕਿਸੇ ਦਾ ਕੋਈ ਹੋਰ ਵੀ ਮਤਲਬ ਇਸ ਤਰ੍ਹਾਂ ਦਾ ਕੋਈ ਆਪਦੀ ਇਨਫੋਰਮੇਸ਼ਨ ਲੈਣੀ ਹੈ, ਉਹ ਸਾਰੀ ਇਨਫੋਰਮੇਸ਼ਨ ਉਹਨਾਂ ਨੇ ਵੀ ਕੈਂਪ ਲਾਇਆ। BSL ਵਾਲਿਆਂ ਨੇ ਉਹ ਵੀ ਆਏ ਆ। ਜਿਹੜੇ ਕੌਂਸੂਲੇਟ ਵਾਲੇ ਹੈਗੇ ਉਹ ਟੋਰਾਂਟੋ ਤੋਂ ਆਏ ਆ, ਉਹ ਸਰਵਿਸ ਦੇ ਰਹੇ ਆ। ਸਾਡੇ ਕੋਲ ਹੁਣ ਆ ਵੇਖੋ 153 ਬੰਦੇ ਤੋਂ ਪਹਿਲਾਂ ਸਾਰੇ ਆ ਚੁੱਕੇ ਆ। 153 ਬੰਦੇ। ਹੁਣ ਇਹਨਾਂ ਦੇ ਵਿੱਚੋਂ ਇਹ ਆ ਵੀ ਵਿੱਚ ਕੁਛ 20-25 ਹੈਗੇ ਆ ਨੰਬਰ ਤੱਕ, 25-23 ਬੰਦੇ ਆਏ ਜਿਹੜੇ ਹੈਗੇ ਉਹਨਾਂ ਨੂੰ OCI ਦਾ ਜਾਂ ਕੋਈ ਕੁਐਰੀਜ਼ ਵਗੈਰਾ ਕਰਦੇ ਆ। ਅਤੇ ਬਾਕੀ ਇਹ ਹੈ, ਹੁਣ ਅਸੀਂ ਕਰੰਟ 2 ਵਜੇ ਤੱਕ ਰਹਿਣਾ ਜੀ। ਅੱਜ 2 ਵਜੇ ਤੱਕ ਅਸੀਂ ਇਹ ਫੈਸਿਲਿਟੀ ਇਹਨਾਂ ਨੂੰ ਦੇਣੀ। ਹਾਂਜੀ। ਅਤੇ ਤੁਹਾਨੂੰ ਕੀ ਲੱਗਦਾ ਇਹ ਬਹੁਤ ਵਧੀਆ ਉਪਰਾਲਾ ਹੈ? ਸਭ ਲੋਕਾਂ ਲਈ ਇਹ ਸੌਖਾ ਹੋ ਜਾਏਗਾ ਹੁਣ ਇਹ ਸਰਟੀਫਿਕੇਟ ਬਣਾਉਣਾ, ਅਤੇ ਹੋਰ ਵੀ ਕੋਈ ਵੀ ਕੁਐਰੀਜ਼ ਨੇ ਉਹਨਾਂ ਦੀਆਂ ਮਸਲੇ ਹੱਲ ਹੋਣਗੇ ਇਸ ਨੂੰ ਲੈ ਕੇ? ਇਹ ਜੀ ਬਹੁਤ ਸੌਖਾ ਹੈ, ਕਿਉਂਕਿ ਪਹਿਲਾਂ ਜੇ ਫਰਜ਼ ਕਰੋ ਇੰਡੀਵਿਜੂਅਲ ਮੇਰੇ 'ਤੇ ਲਓ, ਮੈਂ 2 ਸਰਟੀਫਿਕੇਟ ਮੈਨੂੰ ਚਾਹੀਦੇ ਆ। ਮੈਂ 5-4 ਸਾਲ ਤੋਂ ਬਣਾਉਣਾ ਇੱਥੇ। ਜਦੋਂ ਇਹਨਾਂ ਨੇ ਸ਼ੁਰੂ ਕੀਤਾ, ਪਹਿਲਾਂ ਇਹ ਉੱਥੇ ਸੀ ਰਾਮਗੜੀਆ ਦਰਬਾਰ ਦੇ ਵਿੱਚ, ਐਤਕੀ ਇਹਨਾਂ ਨੇ ਇੱਥੇ ਸ਼ੁਰੂ ਕੀਤਾ। ਹਿੰਦੂ ਟੈਂਪਲ ਦੇ ਵਿੱਚ ਕੱਲ੍ਹ ਸੀ, ਉੱਥੇ ਵੀ 150 ਦੇ ਨੇੜੇ ਉਹਨਾਂ ਨੇ ਸਰਟੀਫਿਕੇਟ ਜਾਰੀ ਕੀਤੇ ਹੈਗੇ ਆ। ਅੱਜ ਵੀ ਸਾਡਾ ਤੁਹਾਨੂੰ ਨੰਬਰ ਵਿਖਾਇਆ, ਇਹ ਇੱਥੋਂ ਤੱਕ ਪਹੁੰਚ ਗਿਆ। ਤਾਂ ਜੇ ਵੇਖੋ ਤੁਸੀਂ 300 ਜੇ ਬੰਦਾ ਇੱਥੋਂ ਬਾਈ ਏਅਰ ਜਾਵੇ, ਤਾਂ ਪਹਿਲਾਂ ਤਾਂ ਏਅਰ ਦੀਆਂ ਉਹਨਾਂ ਨੂੰ ਪ੍ਰੋਬਲਮਾਂ ਹੈਗੀਆਂ, ਬਾਈ ਏਅਰ ਜਾ ਨਹੀਂ ਸਕਦਾ, ਰਿਸਟ੍ਰਿਕਸ਼ਨਾਂ ਹੈਗੀਆਂ। ਉਦੋਂ ਬਾਅਦ ਕੀ ਹੈ, ਜਿਹੜੀ ਆਪਾਂ ਨੂੰ ਖਰਚਾ ਪੈਣਾ ਉਹਨਾਂ ਦਾ ਟਿਕਟਾਂ ਤੋਂ ਬਗੈਰ, ਰਜਿਸਟ੍ਰੇਸ਼ਨ ਦਾ। ਜੇ ਇੱਥੋਂ ਬਾਈ ਮੇਅਰ ਵੀ ਭੇਜਣਾ ਤਾਂ ਵੀ ਮੈਨੂੰ ਲੱਗਦਾ ਵੀ ਘੱਟੋ ਘੱਟ 2 ਵੀਕ ਦੀ ਪ੍ਰੋਸੈਸ ਹੈ, ਕਿਉਂਕਿ ਪਹਿਲਾਂ ਐਫੀਡੇਵਿਟ ਨੋਟਰੀ ਤੋਂ ਕਰਵਾਓ, ਫਿਰ ਉਹ ਨੋਟਰੀ ਨੂੰ ਕਨਫਰਮ ਕਰਾਓ ਇੱਥੋਂ ਸਿਟੀ 'ਚੋਂ ਜਾ ਕੇ, ਤਾਂ ਫਿਰ ਉਸ ਤੋਂ ਬਾਅਦ ਇਹ ਉਹਨਾਂ ਨੂੰ ਭੇਜੋ। ਉਹਨਾਂ ਦੀ $19 ਪਰ ਪੇਜ ਦੀ ਫੀਸ ਹੈ, ਉਹ ਦਿਓ। ਤਾਂ ਉਸ ਤੋਂ ਬਾਅਦ ਪੋਸਟੇਜ ਦੇ ਜੇ ਐਕਸਪੈਂਸ ਆ, ਜੇ ਤੁਸੀਂ ਕੋਰੀਅਰ ਕਰਾਉਣਾ ਤਾਂ ਉਦੋਂ ਵੀ ਮਹਿੰਗਾ ਪੈਂਦਾ। ਤਾਂ ਆਹ ਤਾਂ ਬਹੁਤ ਵਧੀਆ ਚੀਜ਼ ਹੈ ਜੀ। ਹੁਣ ਇੱਥੇ ਇੱਕ ਆਉਂਦਾ ਨਾਇਰ, ਇਹਨਾਂ ਗੁਰੂ ਘਰ ਵਾਲਿਆਂ ਨੇ ਲੰਗਰ ਦੀ ਚਾਹ ਪਾਣੀ ਦਾ ਲਾਇਆ, ਚਾਹ ਪਾਣੀ ਦਾ ਅਰੇਂਜਮੈਂਟ ਇਹਦਾ ਵਧੀਆ ਕੀਤਾ। ਆਉਂਦਾ ਗੁਰੂ ਸਾਹਿਬ ਦੇ ਦਰਸ਼ਨ ਕਰਦਾ ਬੰਦਾ, ਚਾਹ ਪਾਣੀ ਪੀਂਦਾ, ਉਸ ਤੋਂ ਬਾਅਦ ਇਹ ਸਾਰਾ ਆ ਕੇ ਫ੍ਰੀ ਕਰਾ ਕੇ ਲੈ ਕੇ ਜਾਂਦਾ। ਤਾਂ ਮੈਨੂੰ ਲੱਗਦਾ ਬਹੁਤ ਵਧੀਆ ਉਪਰਾਲਾ ਇਹ ਹੋਣਾ ਚਾਹੀਦਾ ਇਨ ਫਿਊਚਰ ਵੀ। ਤੇ ਤੁਹਾਨੂੰ ਲੱਗਦਾ ਇਨ ਫਿਊਚਰ ਇਹ ਹੋਰ ਵੀ ਪਲਾਨ ਕਰਨਗੇ? ਹਾਂਜੀ ਬਿਲਕੁਲ, ਅਸੀਂ ਕਰਾਂਗੇ, ਸਾਰੇ ਕੋਸ਼ਿਸ਼ ਅਸੀਂ ਕਰਾਂਗੇ। ਜਿਹੜੀ ਕੋਈ ਹੁਣ ਸਾਨੂੰ ਅਸੀਂ ਲੋਕਾਂ ਨੂੰ ਪੁੱਛਦੇ ਹਾਂ, ਜਿਹੜੇ ਕੋਈ ਆਉਂਦੇ ਆ ਵੀ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ, ਜਿਹੜੀ ਕੋਈ ਕਿਸੇ ਦੀ ਪ੍ਰੋਬਲਮ ਹੋਏਗੀ ਉਹ ਵੀ ਅਸੀਂ ਅਗਲੇ ਸਾਲ ਜੇ ਕੋਈ ਇਸ ਤਰ੍ਹਾਂ ਨਾ ਵੀ ਐਤਕੀ ਹੋਈ, ਅਸਲ ਤਾਂ 100% ਕਰ ਹੀ ਰਹੇ ਆ। ਜੇ ਕੋਈ ਥੋੜ੍ਹੀ ਬਹੁਤੀ ਕਮੀ ਹੋਈ ਤਾਂ ਉਹ ਵੀ ਅਗਲੇ ਸਾਲ ਆਪਾਂ ਕਢਾਵਾਂਗੇ ਜੀ। ਓਕੇ, ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਕਿਸ ਐਪਲੀਕੇਸ਼ਨ ਨੂੰ ਲੈ ਕੇ ਇੱਥੇ ਆਏ ਹੋ? ਉਹ ਇੰਡੀਆ ਵਿੱਚ ਮੇਰੀ ਪੈਨਸ਼ਨ ਹੈਗੀ ਆ, ਉਹਦੇ ਵਾਸਤੇ ਲਾਈਫ ਸਰਟੀਫਿਕੇਟ ਦੀ ਲੋੜ ਹੈ। ਅੱਛਾ, ਅਤੇ ਤੁਹਾਨੂੰ ਕਿੰਨੇ ਟਾਈਮ ਤੋਂ ਇਹ ਪ੍ਰੋਬਲਮ ਆ ਰਹੀ ਸੀ ਕਿ ਤੁਸੀਂ ਆਪਣਾ ਉਹ ਕਰ ਨਹੀਂ ਸੀ ਪਾ ਰਹੇ ਐਪਲੀਕੇਸ਼ਨ ਨੂੰ ਪ੍ਰੋਸੈਸ? ਨਹੀਂ, ਇੱਦਾਂ ਦੀ ਤਾਂ ਕਦੀ ਕੋਈ ਗੱਲ ਨਹੀਂ ਹੋਈ, ਪਰ ਇਸ ਤੋਂ ਪਹਿਲਾਂ ਮੈਂ ਟਰੱਕ ਚਲਾਉਂਦਾ ਸੀਗਾ, ਅਤੇ ਮੈਂ ਆਮ ਤੌਰ 'ਤੇ ਮਿਸੀਸਾਗਾ ਜਾਂਦਾ ਰਹਿੰਦਾ ਸੀ, ਅਤੇ ਉੱਥੇ ਸਟੇਟ ਬੈਂਕ ਆਫ ਇੰਡੀਆ 'ਚ ਮੈਨੇਜਰ ਤੋਂ ਕਰਵਾ ਲੈਂਦਾ ਸੀ। ਪਰ ਇਸ ਵਾਰ ਮੈਨੂੰ ਪਤਾ ਲੱਗਿਆ ਵੀ ਇੱਥੇ ਹੀ ਟੈਸਟ ਹੋ ਰਹੇ ਆ, ਅਤੇ ਮੈਂ ਫਿਰ ਅੱਜ ਇੱਥੇ ਆ ਗਿਆ। ਵੈਸੇ ਮੈਨੂੰ ਹੁਣ ਹੀ ਪਤਾ ਲੱਗਿਆ ਇੱਕ ਹੋਰ ਕਿਸੇ ਤੋਂ ਵੀ ਇੱਥੇ ਵੀ ਪਿਛਲੇ ਸਾਲਾਂ ਵਿੱਚ ਵੀ ਹੁੰਦੇ ਰਹੇ ਆ ਕਿਸੇ ਹੋਰ ਲੋਕੇਸ਼ਨ 'ਤੇ, ਉਹ ਮੈਨੂੰ ਪਤਾ ਹੀ ਨਹੀਂ ਸੀ।
ਤੇ ਅਵੇਅਰਨੈਸ ਨਹੀਂ ਸੀ ਉਸ ਟਾਈਮ ਤੇ, ਹੁਣ ਲੋਕਾਂ ਨੂੰ ਪਤਾ ਲੱਗ ਰਿਹਾ ਹੁਣ ਤਾਂ ਇਹਨਾਂ ਨੇ ਟੀਵੀ ਤੇ ਵੀ ਐਡ ਦਿੱਤੀ ਹੈ, ਰੇਡੀਓ ਤੇ ਵੀ ਆ ਰਹੀ ਹੈ, ਫਿਰ ਹੁਣ ਪੇਪਰ ਨਿਊਜ਼ ਵਿੱਚ ਵੀ, ਪੇਪਰ 'ਚ ਵੀ ਆਇਆ, ਸਾਰਾ ਪਤਾ ਲੱਗ ਗਿਆ। ਤੁਹਾਨੂੰ ਕੀ ਲੱਗਦਾ ਇਹ ਵਧੀਆ ਉਪਰਾਲਾ ਹੈ ਕਿ ਸਭ ਕੁਝ ਸੌਖਾ ਹੋ ਗਿਆ? ਮੇਰਾ ਤਾਂ ਖਿਆਲ ਹੈ ਇਹ ਕਾਫੀ ਵਧੀਆ ਹੈਗਾ, ਇੱਕ ਦਿਨ ਉਹ ਵੀ ਛੁੱਟੀ ਦਾ ਦਿਨ, ਇਹ ਸਾਰੇ ਕੰਮ ਨਿਬੜ ਜਾਣੇ ਆ। ਹਾਂਜੀ, ਥੈਂਕ ਯੂ। ਇਹਦੇ ਵਿੱਚ ਕੀ ਆ ਸਰਕਾਰ ਦਾ, ਉਹ ਆਈ ਡੋਂਟ ਨੋ। ਪਹਿਲਾਂ ਤਾਂ ਬੈਂਕ ਤੋਂ ਇੱਕ ਸਿੱਧਾ ਬੈਂਕ ਨੂੰ ਭੇਜ ਦਈਦਾ ਸੀ, ਹੁਣ ਇਹ ਇਹਨਾਂ ਨੇ ਆਪ ਐਮਬੈਸੀ ਵੱਲੋਂ ਕੀਤਾ। ਆਈ ਡੋਂਟ ਨੋ ਵਾਟ ਇਟ ਇਜ਼। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾਵਾਂਗੇ ਗੁਰਵਿੰਦਰ ਸਿੰਘ ਮਾਲਵਾ ਨਾਲ, ਜਿਹੜੇ ਕਿ ਕਾਉਂਸਲੇਟ ਮੈਂਬਰ ਨੇ, ਤੇ ਉਹ ਸਾਨੂੰ ਇਨਫੋਰਮੇਸ਼ਨ ਦੇਣਗੇ ਡਿਟੇਲ 'ਚ ਕਿ ਇਸ ਕੈਂਪ ਦਾ ਉਹਨਾਂ ਦਾ ਕੀ ਮਕਸਦ ਹੈ ਤੇ ਕਿਹੜੀ ਸਰਵਿਸਿਜ਼ ਉਹ ਪ੍ਰੋਵਾਈਡ ਕਰ ਰਹੇ ਨੇ ਤੇ ਕੀ ਇਹਨਾਂ ਦਾ ਬੈਨੀਫਿਟ ਰਹੇਗਾ ਲੋਕਾਂ ਨੂੰ। ਹਾਂ, ਦੇਖੋ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇੰਡੀਅਨ ਕਾਉਂਸਲੇਟ ਨਵੰਬਰ ਦੇ ਮਹੀਨੇ ਵਿੱਚ ਪੈਨਸ਼ਨਰਸ ਦੇ ਬੈਨੀਫਿਟ ਵਾਸਤੇ ਲਾਈਫ ਸਰਟੀਫਿਕੇਟ ਇਸ਼ੂ ਕਰਨ ਵਾਸਤੇ ਕੈਂਪਸ ਲਗਾ ਰਿਹਾ ਹੈ। ਸੋ ਐਸੀ ਸਿਲਸਿਲੇ 'ਚ ਅਸੀਂ ਵਿਨੀਪੈਗ ਆਏ ਹਾਂ ਔਰ ਕੱਲ ਸਾਡਾ ਇੱਕ ਕੈਂਪ ਲੱਗਾ ਸੀ, ਉਹ 'ਚ ਕਾਫੀ ਲੋਕਾਂ ਨੇ ਆ ਕੇ ਆਪਣੇ ਸਰਟੀਫਿਕੇਟ ਇਸ਼ੂ ਕਰਵਾਏ ਔਰ ਅੱਜ ਸਾਡਾ ਦੂਸਰਾ ਦਿਨ ਹੈਗਾ। ਔਰ ਅੱਜ ਦਾ ਜਿਹੜਾ ਕੈਂਪ ਹੈਗਾ ਇਹਦੇ ਵਿੱਚ ਲਾਈਫ ਸਰਟੀਫਿਕੇਟ ਦੇ ਇਲਾਵਾ ਅਸੀਂ ਹੋਰ ਸਰਵਿਸਿਜ਼ ਵੀ ਦੇ ਰਹੇ ਹਾਂ, ਜਿਵੇਂ ਕਿਸੇ ਦਾ ਕੋਈ ਪੁਰਾਣਾ ਇਸ਼ੂ ਹੈਗਾ ਪਾਸਪੋਰਟ ਰਿਲੇਟਡ ਜਾਂ OCI ਰਿਲੇਟਡ ਜਾਂ ਵੀਜ਼ਾ ਰਿਲੇਟਡ ਕੋਈ ਕੁਐਰੀਜ਼ ਹੈਗੀਆਂ ਉਹ ਵੀ ਆਨਸਰ ਕਰ ਰਹੇ ਹਾਂ। ਔਰ ਅਗਰ ਲੋਕਾਂ ਦੇ ਡਾਕੂਮੈਂਟਸ ਪੂਰੇ ਨੇ ਤਾਂ ਅਸੀਂ ਐਪਲੀਕੇਸ਼ਨ ਵੀ ਐਕਸੈਪਟ ਕਰ ਰਹੇ ਹਾਂ। ਸੋ ਇੱਥੇ ਐਕਸੈਪਟ ਕਰ ਰਹੇ ਹਾਂ ਔਰ ਉਸ ਦੇ ਬਾਅਦ ਪ੍ਰੋਸੈਸਿੰਗ ਵਾਸਤੇ ਅਸੀਂ ਨਾਲ ਲੈ ਕੇ ਜਾ ਰਹੇ ਹਾਂ। ਜਿਸ ਤਰ੍ਹਾਂ ਮੈਂ ਪਿੱਛੇ ਬਾਹਰ ਗੱਲ ਕਰ ਰਹੀ ਸੀ, ਲੋਕਾਂ ਨਾਲ ਕਹਿ ਰਹੇ ਸੀ ਬਹੁਤ ਵਧੀਆ ਉਪਰਾਲਾ ਹੈ ਤੇ ਈਜ਼ੀ ਹੋ ਗਿਆ ਉਹਨਾਂ ਵਾਸਤੇ। ਸੋ ਅੱਗੇ ਫਿਊਚਰ ਵਿੱਚ ਕੁਝ ਹੋਰ ਪਲਾਨ ਹੈ ਕਿ ਇਹ ਚੀਜ਼ਾਂ ਕੰਟੀਨਿਊ ਰਹਿਣਗੀਆਂ? ਬਿਲਕੁਲ ਇਹ ਕੰਟੀਨਿਊ ਰਹਿਣਗੀਆਂ ਔਰ ਲਾਈਫ ਸਰਟੀਫਿਕੇਟ ਕੈਂਪ ਅੱਜ ਤੋਂ ਨਹੀਂ ਲੱਗ ਰਹੇ, ਪਹਿਲੇ ਤੋਂ ਵੀ ਲੱਗ ਰਹੇ ਸੀ। ਹਰ ਸਾਲ ਨਵੰਬਰ ਦੇ ਮਹੀਨੇ ਵਿੱਚ ਜਿਹੜੀ ਰਿਕੁਆਇਰਮੈਂਟ ਹੁੰਦੀ ਹੈ ਪੈਨਸ਼ਨਰਸ ਦੀ, ਉਹਦੇ ਵਾਸਤੇ ਅਸੀਂ ਸਪੈਸ਼ਲੀ ਜਾ ਕੇ ਇਸ ਸਾਲ ਅਸੀਂ ਟੋਟਲ ਨਵੰਬਰ ਦੇ ਮਹੀਨੇ ਵਿੱਚ 12 ਕੈਂਪ ਲਗਾ ਰਹੇ ਹਾਂ, ਜਿਹਦੇ ਵਿੱਚ ਕਿ ਜਿਵੇਂ ਹੁਣੇ ਇੱਥੇ ਚੱਲ ਰਿਹਾ ਹੈ ਇਸ ਟਾਈਮ ਕੈਂਪ, ਐਸੀ ਟਾਈਮ ਤੇ ਬਰੈਂਪਟਨ ਵਿੱਚ ਵੀ ਲੱਗਾ ਹੋਇਆ ਕੈਂਪ ਸਾਡਾ। ਤੋ ਥਰੂ ਆਊਟ ਅਸੀਂ ਨਵੰਬਰ ਦਾ ਮਹੀਨਾ ਜਿਹੜਾ ਸਾਡਾ ਬੁੱਕ ਹੈਗਾ, ਸਾਰੇ ਵੀਕਐਂਡਸ ਉੱਤੇ ਅਸੀਂ ਲੋਕਾਂ ਨੂੰ ਜਾ ਕੇ, ਕਿਉਂਕਿ ਕਾਫੀ ਤਾਦਾਦ 'ਚ ਪੈਨਸ਼ਨਰ ਹੈਗੇ ਨੇ ਇੱਥੇ ਤੇ ਉਹਨਾਂ ਦੇ ਬੈਨੀਫਿਟ ਵਾਸਤੇ ਅਸੀਂ ਇਹ ਕੈਂਪ ਲਗਾਉਂਦੇ ਹਾਂ ਤਾਂ ਕਿ ਉਹਨਾਂ ਨੂੰ ਜ਼ਿਆਦਾ ਪ੍ਰੋਬਲਮ ਨਾ ਆਏ ਔਰ ਉਹਨਾਂ ਦੇ ਟਾਈਮ ਤੇ ਲਾਈਫ ਸਰਟੀਫਿਕੇਟ ਸਬਮਿਟ ਹੋ ਜਾਣ। ਤੇ ਹੋਰ ਕਿਹੜੀ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਹੋ? ਹੋਰ ਜਿਹੜੇ ਵੀ ਕਿਸੇ ਦੀ ਅਗਰ ਐਪਲੀਕੇਸ਼ਨ ਕੰਪਲੀਟ ਹੈ, ਜਿਵੇਂ OCI ਦੇ ਵਾਸਤੇ ਜਾਂ ਪਾਸਪੋਰਟ ਵਾਸਤੇ ਜਾਂ ਹੋਰ ਕਿਸੇ ਵੀ ਸਰਵਿਸਿਜ਼ ਜਿਹੜੇ ਅਟੈਸਟੇਸ਼ਨ ਦੀ ਸਰਵਿਸਿਜ਼ ਵਾਸਤੇ, ਉਹ ਅਸੀਂ ਇਸ ਕੈਂਪ ਵਿੱਚ ਐਕਸੈਪਟ ਕਰ ਰਹੇ ਹਾਂ। ਬੇਸਿਕਲੀ ਕੱਲ ਦਾ ਜਿਹੜਾ ਸੀ ਸਾਡਾ ਪ੍ਰਾਇਮਰੀਲੀ ਲਾਈਫ ਸਰਟੀਫਿਕੇਟ ਵਾਸਤੇ ਸੀ। ਅੱਜ ਦਾ ਜਿਹੜਾ ਸਾਡਾ ਕੈਂਪ ਹੈਗਾ ਇਹਦੇ 'ਚ ਲਾਈਫ ਸਰਟੀਫਿਕੇਟ ਦੇ ਇਲਾਵਾ ਦੂਸਰੀ ਐਪਲੀਕੇਸ਼ਨ ਵੀ ਐਕਸੈਪਟ ਕਰ ਰਹੇ ਹਾਂ। ਓਕੇ, ਤੇ ਕੋਈ ਹੋਰ ਵੀ ਕੁਐਸਚਨਸ ਪੁੱਛ ਸਕਦੇ ਨੇ ਲੋਕ? ਜੇ ਕਿਸੇ ਦੀ ਕੁਐਰੀ ਹੈਗੀ ਹੈ, ਕਿਸੇ ਨੂੰ ਕੋਈ ਕਨਫਿਊਜ਼ਨ ਹੈਗੀ ਹੈ ਤਾਂ ਸਾਡੇ ਕੋਲ ਪੁੱਛ ਸਕਦੇ ਹੈ। ਤੇ ਇਹ ਕੈਂਪ 2 ਵਜੇ ਤੱਕ ਹੀ ਰਹੇਗਾ? ਕੈਂਪ 2 ਵਜੇ ਤੱਕ ਹੈਗਾ, ਲੇਕਿਨ ਅਸੀਂ ਜਦ ਤੱਕ ਸਾਰੇ ਅਟੈਂਡ ਨਹੀਂ ਹੋ ਜਾਣਗੇ ਅਸੀਂ ਵੇਟ ਕਰਾਂਗੇ। ਓਕੇ, ਤੇ ਹੋਰ ਤੁਸੀਂ ਇਸ ਸਰਵਿਸਿਜ਼ ਬਾਰੇ ਕੀ ਕਹਿਣਾ ਚਾਹੁੰਦੇ? ਕੀ ਮੁਸ਼ਕਿਲ ਆ ਰਹੀ ਸੀ ਲੋਕਾਂ ਨੂੰ ਪਹਿਲਾਂ ਕਿ ਇਹ ਸਰਟੀਫਿਕੇਟ ਅਪਲਾਈ ਕਰਨ 'ਚ ਜਾਂ ਫਿਰ? ਨਹੀਂ, ਕਾਉਂਸਲੇਟ ਤੇ ਪੂਰੀ ਤਰ੍ਹਾਂ ਕੋਸ਼ਿਸ਼ ਕਰਦਾ ਹੈ ਫੈਸਿਲਿਟੇਟ ਕਰਨ ਵਾਸਤੇ। ਅਸੀਂ ਈਵਨ ਕੋਵਿਡ ਦੇ ਦੌਰਾਨ ਵੀ ਅਸੀਂ ਪੋਸਟਲ ਸਰਵਿਸ ਦੇ ਰਹੇ ਸੀ ਔਰ ਹੁਣ ਕਿਉਂਕਿ ਥੋੜਾ ਕੋਵਿਡ ਰਿਲੈਕਸ ਹੋ ਗਿਆ ਤੇ ਇਸ ਕਰਕੇ ਰਿਸਟ੍ਰਿਕਸ਼ਨਸ ਨਹੀਂ ਹੈਗੀਆਂ ਆਨੀਆਂ ਤੇ ਅਸੀਂ ਇਨ ਪਰਸਨ ਵੀ ਦੇ ਰਹੇ ਹਾਂ ਔਰ ਕਾਉਂਸਲੇਟ ਵੀ ਓਪਨ ਹੈਗਾ। ਕਾਉਂਸਲੇਟ ਵਿੱਚ ਵੀ ਵਾਕ ਇਨ ਅਸੀਂ ਰੱਖੇ ਹੋਏ ਅਟੈਸਟੇਸ਼ਨ ਜਾਂ ਲਾਈਫ ਸਰਟੀਫਿਕੇਟ ਵਾਸਤੇ। ਸੋ ਕੋਵਿਡ ਦੇ ਦੌਰਾਨ ਜਿਹੜੀਆਂ ਮੁਸ਼ਕਿਲਾਂ ਆਈਆਂ ਸੀ ਲੋਕਾਂ ਨੂੰ, ਕੁਝ ਲੋਕ ਇਹ ਚੀਜ਼ਾਂ ਲਾਈਕ ਆਪਣੀ ਐਪਲੀਕੇਸ਼ਨਸ ਕੰਟੀਨਿਊ ਨਹੀਂ ਕਰ ਪਾਏ ਜਾਂ ਅਪਲਾਈ ਨਹੀਂ ਕਰ ਪਾਏ, ਸੋ ਹੁਣ ਉਹ ਸਾਰਾ ਕਰ ਪਾਉਣਗੇ? ਬਿਲਕੁਲ। ਉਸ ਕੋਵਿਡ ਦੇ ਦੌਰਾਨ ਵੀ ਅਸੀਂ ਸਰਵਿਸਿਜ਼ ਰੋਕੀਆਂ ਨਹੀਂ, ਅਸੀਂ ਪੋਸਟਲ ਸਰਵਿਸ ਓਪਨ ਕਰਤੀ ਸੀ। ਬਟ ਹੁਣ ਅਸੀਂ ਐਨਕਰੇਜ ਕਰ ਰਹੇ ਹਾਂ ਕਿ ਜਿਤਨੇ ਵੀ ਜਿਹੜੇ ਵਾਕ ਇਨ ਸਰਵਿਸਿਜ਼ ਹੈਗੀਆਂ ਨੇ ਉਹ ਅਸੀਂ ਪ੍ਰੋਵਾਈਡ ਕਰ ਰਹੇ ਹਾਂ। ਓਕੇ, ਸੋ ਇਹਨਾਂ ਚੀਜ਼ਾਂ ਦਾ ਬੈਨੀਫਿਟ ਕੀ ਹੋਏਗਾ? ਜਲਦੀ ਪ੍ਰੋਸੈਸ ਚੱਲੇਗਾ, ਲਾਈਕ ਪ੍ਰੋਸੈਸ ਟਾਈਮ ਘੱਟ ਹੋਏਗਾ ਜਾਂ ਫਿਰ? ਪ੍ਰੋਸੈਸ ਟਾਈਮ ਦੇਖੋ ਇਸ ਤਰੀਕੇ ਨਾਲ, ਕਿਉਂਕਿ ਪੈਨਸ਼ਨਰਸ ਦੀ ਰਿਕੁਆਇਰਮੈਂਟ ਹੁੰਦੀ ਹੈ, ਗਵਰਨਮੈਂਟ ਆਫ ਇੰਡੀਆ ਦੇ ਜਿੰਨੇ ਵੀ ਪੈਨਸ਼ਨਰਸ ਹੈਗੇ ਨੇ ਉਹਨਾਂ ਨੂੰ ਨਵੰਬਰ ਦੇ ਮਹੀਨੇ 'ਚ ਪੈਨਸ਼ਨ ਲਾਈਫ ਸਰਟੀਫਿਕੇਟ ਦੇਣਾ ਹੀ ਪੈਂਦਾ। ਸੋ ਉਹ ਇਹ ਕੈਂਪ ਲਗਾਉਣ ਦਾ ਪਰਪਸ ਇਹੀ ਹੈਗਾ ਕਿ ਅਗਰ ਉਹ ਸਾਰੇ ਸਾਨੂੰ ਅਪਰੋਚ ਕਰਨਗੇ ਤਾਂ ਬੜਾ ਮੁਸ਼ਕਿਲ ਹੋਏਗਾ ਤੇ ਅਸੀਂ ਉਹਨਾਂ ਨੂੰ ਅਪਰੋਚ ਕਰੀਏ। ਸੋ ਬੇਸਿਕਲੀ ਪਾਲਿਸੀ ਹੈ ਕਿ ਕਾਉਂਸਲੇਟ ਐਟ ਦੇਅਰ ਡੋਰ ਸਟੈਪ। ਸੋ ਅਸੀਂ ਆਊਟਗੋਇੰਗ ਹੈਗੇ ਹਾਂ, ਅਸੀਂ ਬਾਹਰ ਆ ਕੇ ਉਹਨਾਂ ਨੂੰ ਸਰਵਿਸ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਕੀ ਤੁਸੀਂ ਮੈਨੂੰ ਡਿਟੇਲ 'ਚ ਸਰਵਿਸਿਜ਼ ਬਾਰੇ ਦੱਸੋਗੇ ਤਾਂ ਕਿ ਥੋੜ੍ਹਾ ਜਿਹਾ ਕਲੀਅਰ ਹੋ ਜਾਏ ਵੀ ਕਿਸ ਬਾਰੇ ਚੱਲ ਰਿਹਾ ਕੈਂਪ? ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਕੱਲ ਦਾ ਸਾਡਾ ਜਿਹੜਾ ਕੈਂਪ ਸੀ ਟੋਟਲੀ ਐਕਸਕਲੂਸਿਵਲੀ ਲਾਈਫ ਸਰਟੀਫਿਕੇਟ ਵਾਸਤੇ ਹੈਗਾ ਸੀ। ਅੱਜ ਦਾ ਕੈਂਪ ਜਿਹੜਾ ਹੈਗਾ ਉਹ ਲਾਈਫ ਸਰਟੀਫਿਕੇਟ ਦੇ ਇਲਾਵਾ ਅਸੀਂ OCI, ਪਾਸਪੋਰਟ, ਵੀਜ਼ਾ ਔਰ ਅਟੈਸਟੇਸ਼ਨ ਸਰਵਿਸਿਜ਼ ਦੀ ਜੋ ਐਪਲੀਕੇਸ਼ਨਸ ਕੰਪਲੀਟ ਨੇ ਉਹ ਵੀ ਐਕਸੈਪਟ ਕਰ ਰਹੇ ਹਾਂ ਅਸੀਂ।
ਔਰ ਐਕਸੈਪਟ ਕਰਕੇ ਉਸ ਤੋਂ ਬਾਅਦ ਫਿਰ ਅਸੀਂ ਨਾਲ ਲੈ ਜਾਾਂਗੇ ਔਰ ਆ ਕੇ ਉਹਨੂੰ ਜਾ ਕੇ ਫਿਰ ਪ੍ਰੋਸੈਸ ਕਰਾਂਗੇ। ਤੇ ਲੋਕਾਂ ਦਾ ਮੀਨਸ ਇੱਕ BLS ਜਾ ਕੇ ਅਪਰੋਚ ਕਰਨ ਦੇ ਬਜਾਏ ਅਸੀਂ ਇੱਥੇ ਹੀ ਐਕਸੈਪਟ ਕਰ ਰਹੇ ਹਾਂ ਤਾਂ ਕਿ ਉਹਨਾਂ ਦਾ ਪ੍ਰੋਸੈਸਿੰਗ ਜਲਦੀ ਹੋ ਜਾਏ। ਸੋ ਤੁਹਾਡਾ ਕੋਈ ਨੈਕਸਟ ਹੁਣ ਕੋਈ ਕੈਂਪ ਕਿੱਥੇ ਲੱਗ ਰਿਹਾ ਇਸ ਬਾਰੇ? ਜਿਹੜਾ ਲਾਈਫ ਸਰਟੀਫਿਕੇਟਸ ਦਾ ਇੱਕ ਸ਼ਡਿਊਲ ਬਣਿਆ ਹੋਇਆ ਕੈਂਪਸ ਦਾ ਨਵੰਬਰ ਦਾ, ਔਰ ਸਾਡੀ ਵੈਬਸਾਈਟ ਤੇ ਹੈਗਾ ਇੰਡੀਅਨ ਕਾਉਂਸਲੇਟ ਟੋਰਾਂਟੋ ਦੀ ਵੈਬਸਾਈਟ ਤੇ ਕੋਈ ਵੀ ਸਾਡੀ ਵੈਬਸਾਈਟ ਤੇ ਜਾ ਕੇ ਉਹ ਐਕਸੈਸ ਕਰ ਸਕਦਾ ਹੈ। ਉਹਦੇ 'ਚ ਡਿਫਰੈਂਟ ਜਗ੍ਹਾ ਤੇ ਕੈਂਪਸ ਲੱਗੇ ਹਨ ਔਰ ਸਾਰੇ ਡਿਫਰੈਂਟ ਲੋਕੇਸ਼ਨਸ ਹੈਗੀਆਂ ਨੇ ਤਾਂ ਕਿ ਮੈਕਸਿਮਮ ਲੋਕ ਜਿਹੜੇ ਵੀ ਜਿਸ ਏਰੀਆ ਦੇ ਹੈਗੇ ਨੇ ਉਹਨੂੰ ਅਪਰੋਚ ਕਰਕੇ ਫੈਸਿਲਿਟੀ ਲੈ ਸਕਣ। ਤੁਸੀਂ ਇੱਥੇ ਸੇਵਾ ਕਰ ਰਹੇ ਹੋ ਕੈਂਪ ਦੇ ਵਿੱਚ? ਹਾਂਜੀ, ਮੈਂ ਸੇਵਾ ਕਰ ਰਿਹਾ। ਮੇਰੀ ਕਾਫੀ ਦੇਰ ਤੋਂ ਪੁਰਾਣੇ ਕੋਈ ਤੁਸੀਂ ਕਹਿ ਲਓ 15-20 ਸਾਲ ਤੋਂ ਗੁਰਦੁਆਰੇ ਦੇ ਨਾਲ ਅਟੈਚਮੈਂਟ ਹੈ ਔਰ ਮੈਂ ਪਾਸਟ ਪ੍ਰੈਜ਼ੀਡੈਂਟ ਵੀ ਹਾਂ। ਸੋ ਇਸ ਕਰਕੇ ਮੇਰਾ ਦਿਲ ਕਰਦਾ ਹਮੇਸ਼ਾ ਕੋਈ ਨਾ ਕੋਈ ਸੇਵਾ ਕਰਦਾ ਰਹਾਂ। ਮੈਂ ਕਿਸੇ ਨੂੰ ਪੁੱਛਦਾ ਰਹਾਂ ਤੁਹਾਨੂੰ ਕੀ ਚੀਜ਼ ਦੀ ਜ਼ਰੂਰਤ ਹੈ। ਜੇ ਕਿਤੇ ਨਹੀਂ ਕੋ ਪਹੁੰਚ ਸਕਿਆ ਮੈਂ ਕੋਸ਼ਿਸ਼ ਮੇਰੀ ਹੁੰਦੀ ਹੈ ਕਿ ਮੈਂ ਪਹੁੰਚ ਕੇ ਉਹਨਾਂ ਲਈ ਮਤਲਬ ਉਹ ਚੀਜ਼ ਮੁਹੱਈਆ ਕਰਾਈ ਜਾਵੇ। ਹਾਂਜੀ, ਜਿਸ ਤਰ੍ਹਾਂ ਇਹ ਕੈਂਪ ਲੱਗਿਆ ਅਤੇ ਕੌਣ ਸੇਵਾ ਕਰ ਰਿਹਾ ਹੈ? ਲੰਗਰ ਦੀ ਸੇਵਾ, ਉੱਥੇ ਚਾਹ ਪਕੌੜਿਆਂ ਦੀ ਸੇਵਾ ਚੱਲ ਰਹੀ ਹੈ, ਬਹੁਤ ਵਧੀਆ। ਅਤੇ ਤੁਸੀਂ ਇਸ ਬਾਰੇ ਕੁਝ ਦੱਸੋਗੇ? ਹਾਂਜੀ ਜ਼ਰੂਰ। ਸਭ ਤੋਂ ਵੱਡੀ ਸੇਵਾ ਤਾਂ ਇਸ ਦੇ ਵਿੱਚ ਮੈਨੂੰ ਕਿਰਨਪਾਲ ਦੀ ਜਾਪਦੀ ਹੈ ਜੀ, ਕਿਰਨਪਾਲ ਚੀਮਾ ਦੀ। ਉਹਨਾਂ ਨੇ ਸਾਰਾ ਇਹ ਔਰਗੇਨਾਈਜ਼ ਕੀਤਾ। ਉਹਨਾਂ ਨੇ ਮਤਲਬ ਇੰਡੀਅਨ ਕਾਉਂਸਲੇਟ ਦੇ ਨਾਲ ਮਿਲਾਪ ਕੀਤਾ ਔਰ ਮੇਰੀ ਤਰਫੋਂ ਇੰਡੀਅਨ ਕਾਉਂਸਲੇਟ ਦਾ ਬਹੁਤ ਬਹੁਤ ਧੰਨਵਾਦ ਇਸ ਕਰਕੇ ਕਿ ਉਹਨਾਂ ਨੇ ਇਹ ਫੈਸਿਲਿਟੀਜ਼ ਇੱਥੇ ਲੋਕਾਂ ਨੂੰ ਬੜੇ ਚੰਗੇ ਤਰੀਕੇ ਦੇ ਨਾਲ ਮੁਹੱਈਆ ਕਰਾਈ ਹੈ। ਔਰ ਇੱਥੇ ਤੁਸੀਂ ਦੇਖੋ ਵਲੰਟੀਅਰਸ ਵੀ ਕਾਫੀ ਹੈ। ਇੰਡੀਆ ਨਾਲੋਂ ਕਾਫੀ ਫਰਕ ਹੈ ਇੱਥੇ ਕਿਉਂਕਿ ਕੋਈ ਬਿਊਰੋਕ੍ਰੇਸੀ ਨਹੀਂ। ਲੋਕੀ ਆਉਂਦੇ ਆ ਉਸੇ ਵੇਲੇ ਕਰਾ ਕੇ ਚਲੇ ਜਾਂਦੇ ਆ। ਬਹੁਤ ਜ਼ਿਆਦਾ ਇੰਡੀਆ ਗੌਰਮੈਂਟ ਦਾ, ਇੰਡੀਅਨ ਕਾਉਂਸਲੇਟ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਲੰਟੀਅਰਸ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਇਹਦੇ ਵਿੱਚ ਲੱਗੇ ਨੇ, ਖਾਸ ਕਰਕੇ ਸਰਦਾਰ ਪੂਰਨ ਸਿੰਘ ਜੀ, ਇਹਨਾਂ ਦੀ ਟੀਮ ਔਰ ਹੋਰ ਜਿਹੜੇ ਬੰਦੇ ਨੇ ਇਹਨਾਂ ਦੇ ਵਿੱਚ ਲੱਗੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਗੁਰਦੁਆਰੇ ਦੀ ਤਰਫੀ ਦੇ ਵਿੱਚੋਂ। ਔਰ ਵਿਜ਼ਨ TV ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਕਿ ਇਹਨੂੰ ਮਤਲਬ ਸਾਰੇ ਨੂੰ ਕਰ ਰਹੇ ਨੇ, ਐਕਸਪੋਜ਼ ਕਰ ਰਹੇ ਨੇ। ਹਾਂਜੀ, ਸੋ ਇਸ ਨਾਲ ਅਵੇਅਰਨੈਸ ਹੋਰ ਵਧੇਗੀ ਲੋਕਾਂ 'ਚ ਅਤੇ ਉਹ ਆਪਣੀਆਂ ਸਰਵਿਸਿਜ਼ ਲੈ ਕੇ ਲਾਈਕ ਆਪਣੀਆਂ ਐਪਲੀਕੇਸ਼ਨਸ ਲੈ ਕੇ ਆ ਸਕਦੇ ਆ। ਬਿਲਕੁਲ ਜੀ, ਇਹਦੇ ਨਾਲ ਬਹੁਤ ਅਵੇਅਰਨੈਸ ਵੱਧਦੀ ਹੈ। ਇਹਦੇ ਨਾਲ ਰਿਲੇਸ਼ਨਸ਼ਿਪ ਇੰਡੀਆ ਦੇ ਨਾਲ, ਇੰਡੀਅਨ ਕਾਉਂਸਲੇਟ ਦੇ ਨਾਲ ਬਹੁਤ ਵੱਧਦਾ ਕਿਉਂਕਿ ਲੋਕੀ ਇਸ ਦੇ ਵਿੱਚ ਐਪਰੀਸ਼ੀਏਟ ਕਰਦੇ ਆ ਕਿ ਇਹ ਸਾਨੂੰ ਯੁੱਧਾ ਜਿਹੜੀਆਂ ਇੱਥੇ ਆ। ਬਾਕੀ ਤੁਸੀਂ ਕੁਐਸਚਨ ਕੀਤਾ ਸੀ ਲੰਗਰ ਦੀ ਸੇਵਾ। ਲੰਗਰ ਦੀ ਸੇਵਾ ਜਿਹੜੀ ਆ ਹਰ ਵੀਕਐਂਡ ਦੇ ਉੱਤੇ ਵਲੰਟੀਅਰਸ ਵੱਲੋਂ ਲਈ ਜਾਂਦੀ ਆ। ਕੋਈ ਪਰਿਵਾਰ ਲੈ ਲਵੇ, ਕੋਈ ਅਖੰਡ ਪਾਠ ਕਰਵਾ ਲਵੇ। ਇਸ ਵੇਲੇ ਜਿਹੜੀ ਸੇਵਾ ਲਈ ਗਈ ਹੈ, ਜਿਹੜੇ ਇੰਡੀਆ ਤੋਂ ਸਟੂਡੈਂਟਸ ਇੱਥੇ ਆਏ ਨੇ ਉਹਨਾਂ ਦੇ ਵਿੱਚੋਂ ਕਾਫੀ PR ਹੋ ਚੁੱਕੇ ਨੇ, ਕਈਆਂ ਨੇ ਹੋਣੀ ਹੈ। ਉਹਨਾਂ ਸਟੂਡੈਂਟਸ ਨੇ ਅਖੰਡ ਪਾਠ ਦੀ ਸੇਵਾ ਲਈ ਹੈ ਔਰ ਇਹ ਸਾਰਾ ਲੰਗਰ ਦਾ ਜਿਹੜਾ ਪ੍ਰਬੰਧ ਹੈ ਉਹ ਸਾਰਾ ਉਹ ਸਟੂਡੈਂਟਸ ਸੇਵਾ ਕਰ ਰਹੇ ਨੇ। ਓਕੇ, ਸੋ ਤੁਹਾਨੂੰ ਲੱਗਦਾ ਫਿਊਚਰ ਦੇ ਵਿੱਚ ਇਹੀ ਚੀਜ਼ਾਂ ਬਹੁਤ ਸੌਖਾ ਕਰ ਦੇਣੀਆਂ ਲੋਕਾਂ ਦੀਆਂ ਮੁਸ਼ਕਲਾਂ ਨੂੰ? ਬਿਲਕੁਲ ਜੀ, ਬਹੁਤ ਸੌਖਾ ਕਰ ਦੇਣਗੀਆਂ। ਖਾਸ ਕਰਕੇ ਇੱਥੇ ਜਿਹੜੇ ਬਜ਼ੁਰਗ ਆਏ ਨੇ, ਜਿਨ੍ਹਾਂ ਨੂੰ ਮਤਲਬ ਇਹੋ ਜਿਹੀ ਚੀਜ਼ ਦੀ ਸਹੂਲਤ ਚਾਹੀਦੀ ਹੈ, ਉਹਨਾਂ ਨੂੰ ਟਰੈਵਲ ਨਹੀਂ ਕਰ ਸਕਦੇ, ਟੋਰਾਂਟੋ ਵਗੈਰਾ ਬੜਾ ਮੁਸ਼ਕਲ ਹੋ ਜਾਂਦਾ। ਔਰ ਇਹਦੇ ਵਿੱਚ ਇੰਡੀਆ ਗੌਰਮੈਂਟ ਦਾ ਔਰ ਕਾਉਂਸਲੇਟ ਜਨਰਲ ਦਾ ਬਹੁਤ ਜ਼ਿਆਦਾ ਯੋਗਦਾਨ ਹੈ। ਔਰ ਮੇਰੀ ਇਹ ਰਿਕੁਐਸਟ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਹੀ ਇਹਨੂੰ ਕੰਟੀਨਿਊ ਰੱਖ ਕੇ ਹੋਰ ਵੀ ਇੱਥੇ ਜਿਹੜੇ ਲੋਕ ਨੇ ਇੰਡੀਆ ਓਰੀਜਨ ਦੇ, ਉਹਨਾਂ ਦੇ ਨਾਲ ਹੋਰ ਵੀ ਰਿਲੇਸ਼ਨਸ਼ਿਪ ਵਧਾਏ ਜਾਣ। ਹਾਂਜੀ, ਅਤੇ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਸਭ ਲਾਈਨਸ ਦੇ ਵਿੱਚ ਲੱਗ ਕੇ ਆਪਣਾ ਕੋਈ ਪਹਿਲ ਦੇ ਆਧਾਰ 'ਤੇ ਨਹੀਂ, ਬਹੁਤ ਵਧੀਆ ਤਰੀਕੇ ਨਾਲ ਸਭ ਐਪਲੀਕੇਸ਼ਨ ਆਪਣੀਆਂ ਦੇ ਰਹੇ ਨੇ। ਸੋ ਇਸ ਬਾਰੇ ਕੀ ਕਹਿਣਾ ਚਾਹੁੰਦੇ? ਤੁਸੀਂ ਦੇਖੋ ਇਹ ਕੰਟਰੀ ਕਿੰਨਾ ਸਿਵਲਾਈਜ਼ਡ ਹੈ ਔਰ ਜਦੋਂ ਅਸੀਂ ਇੱਥੇ ਆਉਂਦੇ ਹਾਂ ਸਾਡੀ ਮੈਂਟੈਲਿਟੀ ਚੇਂਜ ਹੋ ਜਾਂਦੀ ਹੈ। ਅਸੀਂ ਉਸੇ ਸਿਵਲਾਈਜ਼ ਤਰੀਕੇ ਨਾਲ ਚੱਲਦੇ ਹਾਂ। ਜਦੋਂ ਅਸੀਂ ਇੰਡੀਆ ਜਾਂਦੇ ਹਾਂ ਪਤਾ ਨਹੀਂ ਉੱਥੇ ਜਾ ਕੇ ਕੀ ਹੁੰਦਾ ਹੈ ਕਿ ਉਹ ਸਿਵਲਾਈਜੇਸ਼ਨ ਨਹੀਂ ਰਹਿੰਦੀ। ਸਾਡਾ ਕੰਮ ਪਹਿਲਾਂ ਹੋ ਜੇ, ਬਾਕੀ ਭਾਵੇਂ ਬੈਠੇ ਰਹਿਣ। ਈਵਨ ਤੁਸੀਂ ਦੇਖੋ ਕਿ ਬੱਸ 'ਤੇ ਚੜ੍ਹਨਾ ਧੱਕਮ ਧੱਕੀ, ਤੁਸੀਂ ਸਟੇਸ਼ਨ 'ਤੇ ਚਲੇ ਜਾਓ, ਤੁਸੀਂ ਹੋਰ ਕਿਸੇ ਥਾਂ 'ਤੇ ਚਲੇ ਜਾਓ, ਕਿਸੇ ਆਫਿਸ 'ਚ ਜਾਣਾ, ਹਰ ਇੱਕ ਆਦਮੀ ਅੱਗੇ ਰੱਖਦਾ ਕਿ ਮੇਰਾ ਕੰਮ ਪਹਿਲਾਂ ਹੋਵੇ, ਮੇਰਾ ਕੰਮ ਪਹਿਲਾਂ ਹੋਵੇ। ਮੈਂ ਅੱਜ ਸੋਚ ਰਿਹਾ ਸੀਗਾ, ਛੋਟੇ ਹੁੰਦੇ ਅਸੀਂ ਪੜ੍ਹਦੇ ਹੁੰਦੇ ਸੀ, ਉਹਦੇ ਵਿੱਚ ਇੱਕ ਸਬਕ ਹੁੰਦਾ ਸੀ ਕਿ ਮਾਈ ਰਾਈਟ ਐਂਡ ਮਾਈ ਡਿਊਟੀਜ਼, ਅਦਰਸ ਡਿਊਟੀਜ਼ ਮਾਈ ਰਾਈਟ ਅਦਰਸ ਡਿਊਟੀ। ਸੋ ਇਹ ਅਸੀਂ ਪੜ੍ਹਦੇ ਹੁੰਦੇ ਸੀ, ਪਰ ਅੱਜ ਕੱਲ੍ਹ ਉੱਥੇ ਇਹੋ ਜਿਹੀਆਂ ਗੱਲਾਂ ਰਹਿ ਨਹੀਂ ਗਈਆਂ। ਸੋ ਅਸੀਂ ਹੋਪ ਕਰਦੇ ਹਾਂ, ਅਰਦਾਸ ਕਰਦੇ ਹਾਂ ਕਿ ਇੰਡੀਆ ਦੇ ਵਿੱਚ ਵੀ ਇਸੇ ਤਰ੍ਹਾਂ ਸਿਵਲਾਈਜੇਸ਼ਨ ਜ਼ਿਆਦਾ ਆਵੇ, ਲੋਕੀ ਆਪੋ ਆਪਣੀ ਰਿਸਪੋਂਸਿਬਿਲਿਟੀ ਜ਼ਿਆਦਾ ਸਮਝਣ। ਥੈਂਕ ਯੂ ਸਰ ਨਾਲ ਗੱਲਬਾਤ ਕਰਨ ਲਈ। ਥੈਂਕ ਯੂ ਤੁਹਾਡਾ ਜੀ, ਤੁਸੀਂ ਟਾਈਮ ਦਿੱਤਾ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਕੀ ਤੁਹਾਡਾ ਨਾਮ ਹੈ ਤੇ ਤੁਸੀਂ ਕੀ ਸੇਵਾ ਨਿਭਾ ਰਹੇ ਹੋ ਇੱਥੇ? ਮੇਰਾ ਨਾਮ ਕਰਨਪਾਲ ਸਿੰਘ ਚੀਮਾ ਜੀ, ਤੇ ਆ ਜਿਹੜਾ ਕੈਂਪ ਆਰਗੇਨਾਈਜ਼ ਕਰ ਰਹੇ ਹਾਂ ਅਸੀਂ, ਜਿਹੜਾ ਕੌਂਸਲੇਟ ਕੈਂਪ ਹੁੰਦਾ ਈਅਰ ਦੇ ਵਿੱਚ ਇੱਕ ਵਾਰ ਹੁੰਦਾ ਆ। ਜਿਹੜਾ ਲਾਈਫ ਸਰਟੀਫਿਕੇਟ ਜਿਹੜਾ ਸਾਰਿਆਂ ਦਾ ਹੁੰਦਾ, ਬਾਕੀ ਹੋਰ ਪਾਸਪੋਰਟ ਸਰਵਿਸਿਜ਼ ਵਾਸਤੇ ਉਹ ਇੱਥੇ ਆਰਗੇਨਾਈਜ਼ ਕੀਤਾ ਹੈ। ਆਮ ਵਨ ਆਫ ਦਾ ਆਰਗੇਨਾਈਜ਼ਰਸ। ਤੇ ਤੁਸੀਂ ਆਰਗੇਨਾਈਜ਼ ਕਰ ਰਹੇ ਹੋ ਇਹ ਸਾਰਾ ਕੈਂਪ? ਹਾਂਜੀ 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 ਹਾਂਜੀ। ਤੇ ਅਸੀਂ ਦੇਖ ਰਹੇ ਹਾਂ ਕਿ ਬਹੁਤ ਵਧੀਆ ਤਰੀਕੇ ਨਾਲ ਆਰਗੇਨਾਈਜ਼ ਕੀਤਾ ਹੋਇਆ ਤੁਸੀਂ, ਲਾਈਕ ਲੰਗਰ ਦੀ ਸੇਵਾ ਤੇ ਹੋਰ ਸਾਰੀਆਂ ਸੇਵਾ ਬਹੁਤ ਵਧੀਆ ਤਰੀਕੇ ਨਾਲ ਨਿਭਾਈਆਂ ਜਾ ਰਹੀਆਂ। ਸੋ ਇਹ ਉਪਰਾਲਾ ਅੱਗੇ ਵੀ ਚੱਲਦਾ ਰਹੇਗਾ? ਹਾਂਜੀ, ਕੋਸ਼ਿਸ਼ ਇਹ ਹੈ ਵੀ ਇਦਾਂ ਹੀ ਚੱਲਦਾ ਰਹੇ। ਇਹ ਅੱਗੇ ਚੱਲਦਾ ਵੀ ਰਿਹਾ। ਅੱਗੇ ਇਹ ਕੈਂਪ ਜਿਹੜਾ ਸੀਗਾ ਨਾ ਆਰਚੀਬਲ ਦੇ ਗੁਰਦੁਆਰੇ ਉੱਤੇ ਆਪਣੇ ਉੱਥੇ ਹੁੰਦਾ ਸੀ। ਸਰਦਾਰ ਪੰਨੂ ਹੋਰਾਂ ਨੇ ਕਾਫੀ ਯੋਗਦਾਨ ਪਾਇਆ ਇਸ ਕੰਮ ਦੇ ਵਿੱਚ। ਪਿਛਲੇ 5 ਸਾਲ ਤੋਂ ਇਹ ਉੱਥੇ ਚੱਲਦਾ ਆ ਰਿਹਾ ਸੀ। ਉੱਥੇ ਸਰਵਿਸ ਸੀ। ਇਸ ਸਾਲ ਕੈਂਪ 2 ਥਾਂ ਲੱਗਿਆ। ਇੱਕ ਸੀ ਆਪਣਾ ਜਿਹੜਾ ਟੈਂਪਲ ਹੈਗਾ ਸੇਂਟ ਐਨਸ ਦੇ, ਉਹ ਸੀਗਾ ਕੱਲ ਸੈਟਰਡੇ, ਤੇ ਅੱਜ ਇੱਥੇ ਗੁਰਦੁਆਰਾ ਸਾਹਿਬ ਰੱਖਿਆ ਤਾਂ ਕਿ ਸਭ ਨੂੰ ਫਾਇਦਾ ਹੋ ਸਕੇ, ਤੇ ਇਹ ਅੱਗੇ ਵੀ ਕੰਟੀਨਿਊਸ ਰਹੂਗਾ। ਹਾਂਜੀ, ਬਾਕੀ ਸਾਡੀ ਇਹਨਾਂ ਅੱਗੇ ਰਿਕੁਐਸਟ ਕੀਤੀ ਵੀ ਹੈ ਵੀ ਤੁਸੀਂ ਨਵੰਬਰ ਦੇ ਵਿੱਚ ਤਾਂ ਆਉਣਾ ਹੀ ਹੁੰਦਾ, ਕਿਉਂਕਿ ਲਾਈਫ ਸਰਟੀਫਿਕੇਟ ਨਵੰਬਰ ਵਿੱਚ ਹੀ ਹੁੰਦਾ ਵੀ ਜਿਹੜਾ ਫਸਟ ਵੀਕਐਂਡ ਹੁੰਦਾ ਨਵੰਬਰ ਦਾ, ਵੀ ਸਾਡੇ ਕੋਲ ਇੱਥੇ ਆਓ ਤੇ ਤਾਂ ਕਿ ਸਭ ਨੂੰ ਪਤਾ ਹੋਵੇ ਨਵੰਬਰ ਦੇ ਫਸਟ ਵੀਕ ਤੇ ਕੈਂਪ ਲੱਗਣਾ। ਲੋਕੇਸ਼ਨ ਕੋਈ ਵੀ ਹੋ ਸਕਦੀ ਹੈ, ਪਰ ਵਿਨੀਪੈਗ ਦੇ ਵਿੱਚ ਨਵੰਬਰ ਵਿੱਚ ਲੱਗੇ। ਪਰ ਉਸ ਤੋਂ ਪਹਿਲਾਂ ਇਹ ਵੀ ਹੈ ਕਈ ਹੋਰ ਸਰਵਿਸਿਜ਼ ਨੇ, ਜਿਵੇਂ ਪਾਸਪੋਰਟ ਨਾਲ ਹੈ, ਜਾਇਦਾਦ ਸੰਬੰਧੀ ਹੈ, ਜਾਂ ਵਿਲਸ ਵਗੈਰਾ ਬਣਾਉਣੀ ਹੈ, ਵੀ ਸਮਰ ਦੇ ਵਿੱਚ ਵੀ 2 ਦਿਨ ਆਇਆ ਕਰਨ, ਵੀ ਉਹ ਜਿਹੜੀਆਂ ਸਰਵਿਸਿਜ਼ ਵੀ ਇੱਥੇ ਲੋਕਾਂ ਨੂੰ ਦਿੱਤੀਆਂ ਜਾਣ, ਜੋ ਸਿੱਧੇ ਸਵਾਲ ਜਵਾਬ ਬੰਦਾ ਪੁੱਛ ਸਕਦਾ। ਥੈਂਕ ਯੂ ਜੀ, ਸਾਡੇ ਨਾਲ ਗੱਲਬਾਤ ਕਰਨ। ਕੋਈ ਗੱਲ नहीं जी, एनी टाइम। हेलो, सत श्री अकाल। सत श्री अकाल। सत श्री अकाल। सो आप लोग यहाँ पे क्या सर्विसेज प्रोवाइड कर रहे हो? इंडियन कॉन्सुलेट टोरंटो से आए हुए हैं और हम BLS को रिप्रेजेंट कर रहे हैं। हम विनीपेग BLS के स्टाफ हैं, तो हम यहाँ पे सारे क्योंकि ये एक एडिशनल सर्विस इस बार हम प्रोवाइड कर रहे हैं। लोग अपने डॉक्यूमेंट्स भी यहाँ पे सबमिट कर सकते हैं, वो हमारे ऑफिस में भी कर सकते हैं और यहाँ पे भी कर सकते हैं। सो हमारा काम ये है कि हम डॉक्यूमेंट्स को पूरा वेरीफाई करके, चेक करके, उनके पूरा पेमेंट मेथड चेक करके, और हम डायरेक्ट यहीं से कॉन्सुलेट को भेज देंगे। ओके, तो कैसा रिस्पांस मिल रहा है लोगों की तरफ से? या काफ़ी इस बार काफ़ी ज़्यादा लास्ट ईयर पेंडेमिक करके शायद लोग कम आए थे, पर इस बार काफ़ी ज़्यादा है। कल भी काफ़ी था, बिज़ी था। आज भी आई थिंक कल से ज़्यादा बिज़ी है, क्योंकि आज सिर्फ कौंसल कैंप था, पर आई थिंक लाइफ सर्टिफिकेट्स आज बहुत ज़्यादा आए हैं। So it's a good service for people. They can like. It's a very good service because विनीपेग में कॉन्सुलेट तो नहीं है, बट देन एवरी ईयर कॉन्सुलेट कम्स और यहाँ के लोगों को बहुत कन्वीनियंट होता है, बिकॉज कई क्वेश्चंस होते हैं, कई क्वेरीज होती हैं जो कई बार कॉन्सुलेट असिस्ट कर सकते हैं। सो इट्स अ वेरी गुड सर्विस दैट दे कम एवरी ईयर और यहाँ पे असिस्ट करते हैं लोगों को। ओके, सो कैसा लग रहा है यहाँ पे आके आपको? यह अच्छा लग रहा है, एवरी साल यहाँ पे आने के लिए अच्छा लग रहा है। और जो भी है, जो एप्लीकेशंस भी जो थोड़े एप्लीकेशन जो पेंडिंग में रखते हैं 2-3 महीने, तो वैसे एप्लीकेशंस यहाँ पे आके सॉर्ट आउट कर सकते हैं जो ज़्यादा टाइम से पेंडिंग है, और जो भी क्वेरीज है वो भी हम सॉर्ट आउट कर सकते हैं। प्रोसेसिंग टाइम सेम रहेगा, लाइक गवर्नमेंट की तरफ से जो भी प्रोसेसिंग टाइम एप्लीकेशंस का होता है वो सेम रहेगा? या प्रोसेसिंग टाइम तो सेम हो गया, अभी पैंडेमिक है बोल के थोड़ा धीरे हो रहा है, मगर अभी फिर नॉर्मली हो रहा है। यूजुअल टाइम जो पहले प्रोसेसिंग कैसे होती है उसी हो रहा है। सो विनीपेग में जो लोग रह रहे हैं, लोकल हैं, उनको बहुत ईजी हो गया है, लाइक वो यहाँ पे आते हैं और या उनको बहुत ईजी, और हमें वो पार्किंग भी अच्छी स्पेशियस है और कोई कन्वीनियंट है सभी के लिए। सो थैंक यू बनता है आप लोगों को, आप बहुत अच्छी सर्विस कर रहे हैं। सो थैंक यू। ਸੋ ਇਹ ਸੀ ਸਾਡੀ ਅੱਜ ਦੀ ਨਿਊਜ਼ ਕੈਂਪ ਦੇ ਲਈ। ਸੋ ਹੋਪ ਕਰਦੇ ਹਾਂ ਕਿ ਅੱਗੇ ਵੀ ਇਹੋ ਜਿਹੇ ਕੈਂਪ ਅਰੇਂਜ ਕੀਤੇ ਜਾਣਗੇ ਅਤੇ ਲੋਕਾਂ ਨੂੰ ਇਹ ਸਰਵਿਸਿਜ਼ ਪ੍ਰੋਵਾਈਡ ਹੋਣਗੀਆਂ। ਅਤੇ ਬਹੁਤ ਵਧੀਆ ਲੱਗਾ ਲੋਕਾਂ ਨਾਲ ਗੱਲ ਕਰਕੇ, ਜਿਸ ਤਰ੍ਹਾਂ ਉਹਨਾਂ ਦੀਆਂ ਪ੍ਰੋਬਲਮਸ, ਉਹਨਾਂ ਦੀਆਂ ਜੋ ਵੀ ਐਪਲੀਕੇਸ਼ਨਸ ਉਹ ਸਬਮਿਟ ਕਰ ਰਹੇ ਨੇ ਇੱਥੇ, ਅਤੇ ਉਹਨਾਂ ਦਾ ਵਧੀਆ ਉਹਨਾਂ ਨੂੰ ਰਿਸਪੌਂਸ ਮਿਲ ਰਿਹਾ ਹੈ। ਸੋ ਉਮੀਦ ਕਰਦੇ ਹਾਂ ਤੁਹਾਨੂੰ ਇਹ ਸਭ ਜਾਣਕਾਰੀ ਮਿਲ ਗਈ ਹੋਵੇ ਅਤੇ ਵਧੀਆ ਲੱਗੀ ਹੋਵੇ। ਸੋ ਫਿਰ ਮਿਲਦੇ ਹਾਂ ਵਿਜ਼ਨ ਪੰਜਾਬ 'ਤੇ। ਧੰਨਵਾਦ।